ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ
ਤਿਨਾ ਠਾਕ ਨਾ ਪਾਈਐ ਪਿਆਰੇ। ਅੰਮ੍ਰਿਤ ਰਸਨ ਹਰੇ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਤਿਨਾ ਠਾਕ ਨ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਵਿਣ ਬੋਹਿਥ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਰਹਾਉ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ, ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰਦਿਆਂ ਹੋਇਆਂ ਆਪਣੇ ਅਮੋਲਕ ਜੀਵਨ ਨੂੰ, ਸਵਾਸਾਂ ਨੂੰ, ਸਮੇਂ ਨੂੰ ਸਫਲ ਬਣਾ ਰਹੇ ਹਾਂ। ਜਿਸ ਪ੍ਰਕਾਰ ਸਤਿਗੁਰਾਂ ਦੀ ਮਹਾਨ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਪਰੰਤ ਗੁਰੂ ਘਰ ਦੀ ਰੀਤੀ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਦੀਆਂ ਬਾਤਾਂ, ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਦਾ ਵਰਣਨ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਇ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਦੀਆਂ ਬਾਤਾਂ ਜੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪਾਂ ਸ਼ਬਦ ਦੀਆਂ ਕੁਝ ਪੰਕਤੀਆਂ ਸਰਵਣ ਕੀਤੀਆਂ ਹਨ। ਸੋਰਠ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ,
ਇਸ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਇਹ ਜੀਵ ਸਿਫਤ ਸਲਾਹ ਜਿਹੜੀ ਕਰਨੀ ਹੈ ਉਹ ਕਿਸ ਦੀ ਕਰਨੀ ਹੈ, ਕਿਉਂਕਿ ਜੀਵ ਦਾ ਮਨ ਜਿਹੜਾ ਸਾਡਾ ਉਹ ਜਿਹੜੀ ਚੀਜ਼ ਤੋਂ ਪ੍ਰਸੰਨ ਹੋ ਜਾਏ, ਖੁਸ਼ ਹੋ ਜਾਏ, ਫਿਰ ਉਹਦੀ ਵਡਿਆਈ ਕਰਦਾ, ਫਿਰ ਉਹਦਾ ਜਸ ਕਰਦਾ। ਜਿੱਥੇ ਚਾਰ ਬੰਦਿਆਂ 'ਚ ਬਹਿੰਦਾ ਜਿਹੜੀ ਚੀਜ਼ ਤੋਂ ਜ਼ਿਆਦਾ ਪ੍ਰਭਾਵਿਤ ਹੋਵੇ ਫਿਰ ਉਹਦੀ ਗੱਲ ਕਰਦਾ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ ਕਿ ਇਹ ਮਨੁੱਖ ਸਿਫਤ ਸਲਾਹ ਕਿਸ ਦੀ ਕਰਨੀ ਹੈ, ਵਡਿਆਈ ਅਤੇ ਜਸ ਕਿਸ ਦਾ ਕਰਨਾ ਹੈ, ਇਸ ਮਨ ਦੇ ਉੱਤੇ ਕਿਹਦਾ ਪ੍ਰਭਾਵ ਜ਼ਿਆਦਾ ਪਾਉਣਾ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਭੀ ਤੂੰ ਹੈ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਜੇ ਸਲਾਹੁਤਾ ਕਰਨੀ ਹੈ, ਵਡਿਆਈ ਕਰਨੀ ਹੈ ਅਤੇ ਉਹ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਦੀ ਕਰਨੀ ਹੈ। ਉਹਦੀ ਸਿਫਤ ਸਲਾਹ ਕਰਨ ਦੇ ਨਾਲ ਹੀ ਇਹ ਸੰਸਾਰ ਤੋਂ ਜੀਵ ਤਰ ਸਕਦਾ। ਜਿਵੇਂ ਜਪਜੀ ਸਾਹਿਬ ਬਾਣੀ ਦੇ ਅੰਦਰ ਜਦੋਂ ਸਿੱਧਾ ਨਾਥਾਂ ਦੇ ਨਾਲ ਵਿਚਾਰ ਹੋਈ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਮਾਤਮਾ ਦਾ ਜਸ ਵਰਣਨ ਕੀਤਾ ਕਿ ਉਹ ਪ੍ਰਮਾਤਮਾ ਜੋ ਹੈ ਉਹ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਵਾਤ, ਸਹਿਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਕਿ ਉਹ ਪ੍ਰਮਾਤਮਾ ਉਹਦੇ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਕਾਸ਼ ਹੈ ਉਹਦੇ, ਅਤੇ ਉਹਨੂੰ ਭਾਲਣ ਵਾਲੇ ਜਿਹੜੇ ਹੈ ਉਹ ਥੱਕ ਗਏ, ਹਾਰ ਗਏ ਹੈ, ਅਤੇ ਵੇਦਾਂ ਸ਼ਾਸਤਰਾਂ ਨੇ ਵੀ ਉਹਦੇ ਅੰਤ ਨੂੰ ਨਹੀਂ ਦੱਸ ਸਕੇ। ਜਦੋਂ ਸਿੱਧਾ ਨਾਥਾਂ ਨੇ ਸੁਣਿਆ ਅਤੇ ਫਿਰ ਕਹਿਣ ਲੱਗੇ, ਮਹਾਰਾਜ ਜੋ ਐਸਾ ਪਰਮੇਸ਼ਰ ਪ੍ਰਮਾਤਮਾ ਹੈ ਵੀ ਉਹਦੀ ਐਡੀ ਵਡਿਆਈ ਹੈ, ਐਡਾ ਉਹਦਾ ਜਸ ਹੈ, ਅਤੇ ਸੰਸਾਰ ਦੇ ਅੰਦਰ ਜੀਵ ਉਹਦੀ ਸਿਫਤ ਸਲਾਹ ਕਿਉਂ ਨਹੀਂ ਕਰਦੇ। ਕਿ ਜੋ ਪ੍ਰਮਾਤਮਾ ਐਡੀਆਂ ਬਰਕਤਾਂ ਦਾ, ਤਾਕਤਾਂ ਦਾ, ਸ਼ਕਤੀਆਂ ਦਾ ਮਾਲਕ ਹੈ, ਜਿਸ ਨੇ ਕਰੋੜਾਂ ਹੀ ਬ੍ਰਹਿਮੰਡ ਖੰਡ ਬਣਾਏ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦਾ ਜੋ ਮਾਲਕ ਹੈ, ਫਿਰ ਉਹਦੀ ਸਿਫਤ ਸਲਾਹ ਜੀਵ ਤੋਂ ਹੁੰਦੀ ਕਿਉਂ ਨਹੀਂ, ਕਰਦਾ ਕਿਉਂ ਨਹੀਂ ਹੈ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੌੜੀ ਉਚਾਰਨ ਕੀਤੀ ਅਗਲੀ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ। ਮਹਾਰਾਜ ਕਹਿਣ ਲੱਗੇ, ਸਿੱਧੋ ਨਾਥੋ ਜੋ ਸਲਾਹੁਣੇ ਯੋਗ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਹੈ, ਉਹਦੀ ਸਲਾਹ ਜਿਹੜੀ ਕਰਨੀ ਹੈ, ਏਤੀ ਸੁਰਤ ਨਾ ਪਾਈਆ। ਇਹ ਗੱਲ ਤੇ ਜੀਵ ਦੀ ਸੁਰਤ ਦੇ ਅੰਦਰ ਹੈ ਹੀ ਨਹੀਂ ਹੈ, ਇਹ ਤੇ ਸਮਝ, ਇਹ ਤੇ ਗਿਆਨ ਹੈ ਹੀ ਨਹੀਂ ਹੈ। ਕਿਉਂਕਿ ਜੀਵ ਦੇ ਸੁਰਤ ਦੇ ਅੰਦਰ, ਮਨ ਦੇ ਅੰਦਰ ਮਾਇਆ ਦਾ ਪ੍ਰਭਾਵ ਹੈ। ਬੜੇ ਲੰਮੇ ਸਮੇਂ ਤੋਂ ਉਹਦੇ ਨਾਲ ਇਹ ਜੁੜਿਆ ਹੋਇਆ, ਕਈ ਜਨਮਾਂ ਦਾ ਸੰਬੰਧ ਬਣਿਆ ਹੋਇਆ। ਇਸ ਕਰਕੇ ਜੀਵ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਜਿਹੜੀ ਗੱਲ ਹੈ, ਜਿਹੜੀ ਸਮਝ ਹੈ, ਨਾ ਪਾਈਆ, ਉਹ ਪੈਂਦੀ ਨਹੀਂ ਹੈ, ਪੈਦਾ ਹੀ ਨਹੀਂ ਹੁੰਦੀ ਅੰਦਰ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ। ਸਤਿਗੁਰੂ ਜੀ ਕਹਿੰਦੇ ਜਿਵੇਂ ਨਦੀਆਂ ਹੁੰਦੀਆਂ ਅਤੇ ਵਾਹੜੇ ਜਿਹੜੇ ਛੋਟੇ ਬਰਸਾਤੀ ਨਾਲੇ ਹੁੰਦੇ ਆ, ਜਦੋਂ ਇਹ ਜਾ ਕੇ ਸਮੁੰਦਰ 'ਚ ਪੈ ਜਾਂਦੇ ਹੈ, ਨਾ ਜਾਣੀਐ, ਫਿਰ ਉੱਥੋਂ ਬਾਹਰ ਨਹੀਂ ਕੱਢ ਸਕਦਾ ਕੋਈ ਇਹਨਾਂ ਨੂੰ, ਬੜਾ ਔਖਾ ਕੰਮ ਹੈ। ਇਸੇ ਪ੍ਰਕਾਰ ਹੀ ਜਿਹੜੀ ਜੀਵ ਦੀ ਸੁਰਤ ਹੈ, ਸਤਿਗੁਰੂ ਜੀ ਕਹਿੰਦੇ ਮਾਇਆ ਦੇ ਵਿੱਚ ਇੱਦਾਂ ਮਿਲ ਗਈ ਹੈ, ਇੱਦਾਂ ਇੱਕ ਰੂਪ ਹੋ ਗਈ ਹੈ ਵੀ ਇਹਦੇ ਅੰਦਰ ਉਹ ਖਿਆਲ ਹੀ ਨਹੀਂ ਪੈਦਾ ਹੁੰਦਾ।
ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਵੇਂ ਨਦੀਆਂ ਇਸੇ ਪ੍ਰਕਾਰ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਫਿਰ ਸਮੁੰਦਰਾਂ ਦੇ ਨਿਆਈ ਜਿਹੜੇ ਕੋਈ ਵੱਡੇ ਅਮੀਰ ਸ਼ਾਹੂਕਾਰ ਹਨ, ਸਮੁੰਦ ਸਾਹ, ਫਿਰ ਸੁਲਤਾਨ ਕੋਈ ਚੱਕਰਵਰਤੀ ਬਾਦਸ਼ਾਹ ਰਾਜੇ ਨੇ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਜਿਨ੍ਹਾਂ ਦੀ ਗਿਰਹਾ ਕਹੀਏ ਜ਼ਬਾਨ ਦੇ ਵਿੱਚੋਂ ਕੋਈ ਇੱਕ ਸ਼ਬਦ ਵੀ ਨਿਕਲੇ ਤੇ ਉਹ ਲੱਖਾਂ ਮਾਲ ਧਨ ਇਕੱਠਾ ਕਰ ਸਕਦੇ, ਉਹਨਾਂ ਦੇ ਹੁਕਮ ਦੇ ਵਿੱਚ ਹੈ। ਪਰ ਸਤਿਗੁਰੂ ਜੀ ਕਹਿੰਦੇ ਕੀੜੀ ਤੁੱਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰੈ। ਪਰ ਉਹਨਾਂ ਦੀ ਜਿਹੜੀ ਹੈਸੀਅਤ ਹੈ ਸਤਿਗੁਰੂ ਜੀ ਕਹਿੰਦੇ ਉਹ ਕੀੜੀ ਦੇ ਬਰਾਬਰ ਵੀ ਨਹੀਂ ਹੈ। ਕੀੜੀ ਦਾ ਕਿੱਡਾ ਆਕਾਰ ਛੋਟਾ ਹੈ, ਉਹਦੇ ਤੋਂ ਵੀ ਉਹਨਾਂ ਦੀ ਹਾਲਤ ਜਿਹੜੀ ਉਹ ਨੀਵੀਂ ਹੈ, ਕਿਉਂਕਿ ਉਹ ਮਾਇਆ ਨੂੰ ਵਿਸਾਰਦੇ ਹੀ ਨਹੀਂ, ਮਾਇਆ ਦੇ ਵੱਲੋਂ ਉਪਰਾਮ ਹੁੰਦੇ ਹੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਅੰਦਰ ਜੀਵ ਜੁੜਦੇ ਹੀ ਨਹੀਂ। ਵੀ ਜੇ ਸਿਫਤ ਸਲਾਹ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਕਰੇ, ਪ੍ਰਮਾਤਮਾ ਦਾ ਜਸ ਕਰੇ, ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ, ਵਿਣ ਬੋਹਿਥ ਭੈ ਡੁੱਬੀਐ ਪਿਆਰੇ, ਕੰਧੀ ਪਾਏ ਕਹਾਹ। ਸਤਿਗੁਰੂ ਜੀ ਕਹਿੰਦੇ ਸੰਸਾਰ ਸਮੁੰਦਰ ਦੇ ਕਿਨਾਰੇ 'ਤੇ ਖੜ੍ਹਾ ਹੋਇਆ ਜੀਵ ਬਿਨਾਂ ਪਰਮੇਸ਼ਰ ਦੇ ਭੈ ਤੋਂ ਤੇ ਬਿਨਾਂ ਨਾਮ ਦੇ ਜਹਾਜ਼ ਤੋਂ ਡੁੱਬ ਰਿਹਾ। ਜਿਵੇਂ ਸੰਸਾਰ ਦੇ ਆਪਾਂ ਵੇਖਦੇ ਹਾਂ ਕੋਈ ਦਰਿਆ ਦਾ ਕਿਨਾਰਾ ਹੁੰਦਾ ਅਤੇ ਉਹ ਦਰਿਆ ਦੇ ਕਿਨਾਰੇ 'ਤੇ ਜਿਹੜੇ ਕੋਈ ਬੇੜਿਆਂ ਵਾਲੇ ਹੁੰਦੇ ਹੈ ਉਹ ਉੱਚੀ ਉੱਚੀ ਮਲਾਹ ਜਿਹੜੇ ਹੁੰਦੇ ਆਵਾਜ਼ਾਂ ਮਾਰਦੇ ਹੈ ਵੀ ਬੇੜੇ ਦਾ ਟਾਈਮ ਹੋ ਗਿਆ, ਸਮਾਂ ਲੰਘਦਾ ਜਾ ਰਿਹਾ, ਜਿਸ ਨੇ ਪਾਰ ਹੋਣਾ ਛੇਤੀ ਆ ਕੇ ਬੇੜੇ 'ਚ ਸਵਾਰ ਹੋ ਜਾਓ ਅਤੇ ਪਾਰ ਹੋ ਜਾਓ, ਆਵਾਜ਼ਾਂ ਮਾਰਦੇ ਆ। ਅਤੇ ਜਿਹੜਾ ਉਸ ਬੇੜੇ ਤੱਕ ਪਹੁੰਚ ਜਾਂਦਾ ਉਹ ਉੱਥੋਂ ਸਮੁੰਦਰ ਤੋਂ ਦਰਿਆ ਤੋਂ ਪਾਰਲੇ ਕਿਨਾਰੇ ਚਲਿਆ ਜਾਂਦਾ। ਇਸੇ ਪ੍ਰਕਾਰ ਹੀ ਇਹ ਸੰਸਾਰ ਸਮੁੰਦਰ ਦੇ ਅੰਦਰ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਸਾਨੂੰ ਆਵਾਜ਼ਾਂ ਮਾਰਦੇ ਆ, ਉਪਦੇਸ਼ ਬਖਸ਼ਿਸ਼ ਕਰਦੇ ਹੈ ਕਿ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਤਿਗੁਰੂ ਜੀ ਆਵਾਜ਼ਾਂ ਮਾਰਦੇ ਹੈ ਕਿ ਪਿਆਰਿਆ ਇਹ ਨਾਮ ਦਾ ਜਹਾਜ਼ ਤੈਨੂੰ ਬਖਸ਼ਿਸ਼ ਕਰਦੇ ਆ, ਇਹਦੇ 'ਚ ਸਵਾਰ ਹੋ ਜਾ ਜੇ ਸੰਸਾਰ ਤੋਂ ਪਾਰ ਹੋਣਾ। ਪਰ ਜਿਹੜਾ ਇਹ ਸੰਸਾਰ ਦੇ ਵਿੱਚੋਂ ਬਿਰਤੀ ਨੂੰ ਉਪਰਾਮ ਕਰਦਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ, ਨਾਮ ਦੇ ਬੇੜੇ 'ਚ ਸਵਾਰ ਹੁੰਦਾ, ਉਹ ਸਤਿਗੁਰੂ ਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਪੱਤਣ ਕੂਕੈ ਪਾਤਣੀ, ਕਿ ਜਿਵੇਂ ਪੱਤਨਾਂ 'ਤੇ ਖੜ੍ਹੇ ਹੋਏ ਪਾਤਣੀ ਮਲਾਹ ਲੋਕ ਜਿਹੜੇ ਉੱਚੀ ਉੱਚੀ ਕੂਕਦੇ ਹੈ, ਪੁਕਾਰਦੇ ਹੈ ਕਿ ਇਹ ਸੰਸਾਰ ਦੇ ਇਸ ਸਮੁੰਦਰ ਤੋਂ ਤੁਸੀਂ ਪਾਰ ਹੋ ਜਾਓ, ਆਵਾਜ਼ਾਂ ਮਾਰਦੇ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਸਤਿਗੁਰੂ ਹਨ। ਸਤਿਗੁਰਾਂ ਦਾ ਨਾਮ ਹੈ ਜੋ ਸਾਨੂੰ ਬਖਸ਼ਿਸ਼ ਕਰਦੇ ਹੈ। ਇਸ ਕਰਕੇ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦਾ ਵਰਣਨ ਕਰਦੇ ਹੈ, ਸਾਨੂੰ ਉਪਦੇਸ਼ ਕਰਦੇ ਆ ਕਰਨ ਵਾਸਤੇ। ਇਸ ਪ੍ਰਕਾਰ ਜਿਵੇਂ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਚਾਰਨ ਕਰਦੇ ਹਨ ਕਿ ਹੇ ਪਿਆਰੇ ਜੀਵ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਹੈ, ਤਿਨ ਕੇ ਸਾਥ ਤਰੇ, ਉਹ ਆਪ ਤੇ ਤਰਦੇ ਹੀ ਹੈ,
ਉਹਨਾਂ ਦੇ ਸਾਥ, ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਆ ਉਹ ਵੀ ਤਰ ਜਾਂਦੇ ਆ। ਉਹ ਵੀ ਇਹ ਸੰਸਾਰ ਦੇ ਵਿੱਚੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਸੁਣਾ ਕੇ ਗੁਰੂ ਵਾਲੇ ਬਣਾ ਦਿੰਦੇ ਆ। ਗੁਰੂ ਵਾਲੇ ਬਣ ਕੇ ਉਹ ਵੀ ਲੱਖਾਂ ਜੀਵ ਜਿਹੜੇ ਸੰਸਾਰ ਤੋਂ ਤਰ ਜਾਂਦੇ ਆ। ਜਿਵੇਂ ਇਤਿਹਾਸ ਦੇ ਅੰਦਰ ਭਾਈ ਮੰਝ ਜੀ ਦੀ ਕਥਾ ਆਉਂਦੀ ਹੈ, ਜਿਨ੍ਹਾਂ ਦੀ ਬਾਬਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਕਿ ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ, ਕਿ ਭਾਈ ਮੰਝ ਜੀ ਤੁਸੀਂ ਇਹ ਸੰਸਾਰ ਦੇ ਅੰਦਰ ਇੱਕ ਬੋਹਿ ਥਾ ਭਾਵ ਕਿ ਜਹਾਜ਼ ਬਣ ਗਏ ਹੋ, ਅਤੇ ਜਿੱਥੇ ਤੁਸੀਂ ਆਪ ਲੰਘੇ ਹੋ ਉੱਥੇ ਤੁਹਾਡੇ ਨਾਲ ਜਿਹੜੇ ਸੰਗਤ ਕਰਨ ਵਾਲੇ ਆ ਉਹ ਵੀ ਤਰ ਗਏ। ਮੰਝ ਗੁਰੂ ਕਾ ਬੋਹਿ ਥਾ ਗੁਰ ਮੰਝ ਪਿਆਰਾ, ਕਿ ਤੁਸੀਂ ਜਿਵੇਂ ਸਾਨੂੰ ਪਿਆਰੇ ਬਣ ਗਏ ਹੋ, ਇਸੇ ਪ੍ਰਕਾਰ ਹੀ ਜਿਹਨੇ ਤੁਹਾਡੀ ਸੰਗਤ ਕੀਤੀ ਹੈ ਉਹ ਵੀ ਗੁਰੂ ਕਾ ਪਿਆਰਾ ਬਣ ਗਿਆ। ਅਤੇ ਭਾਈ ਮੰਝ ਜੀ ਦੀ ਬੜੀ ਅਥਾਹ ਸੇਵਾ ਸੀ, ਬੜੀ ਕਠਿਨ ਸੇਵਾ ਉਹਨਾਂ ਨੇ ਕੀਤੀ। ਐਸੀ ਸੇਵਾ ਕੀਤੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬੜੇ ਪ੍ਰਸੰਨ ਹੋ ਗਏ ਅਤੇ ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ, ਇਹ ਪਿਆਰੇ ਜੀਵ, ਉਹਨਾਂ ਦੇ ਸਾਥ, ਉਹਨਾਂ ਦੇ ਨਾਲ ਹੋਰ ਵੀ ਬੇਅੰਤ ਜੀਵ ਜਿਹੜੇ ਤਰ ਜਾਂਦੇ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿਤਨਿਆਂ ਦੀ ਛੁੱਟੀ ਹੋਰ ਕਰ ਦਿੰਦੇ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਸੰਗਤ ਜਿਹੜੀ ਹੈ ਉਹ ਐਸਿਆਂ ਦੀ ਕਰਨੀ ਹੈ, ਜਿਵੇਂ ਆਪਾਂ ਅਰਦਾਸ ਦੇ ਅੰਦਰ ਬੇਨਤੀ ਕਰਦੇ ਹਨ ਕਿ ਉਹਨਾਂ ਗੁਰਸਿੱਖਾਂ ਦੇ ਮੇਲ ਕਰਾਉਣੇ ਜਿਨ੍ਹਾਂ ਡਿੱਠਿਆਂ ਤੇਰਾ ਨਾਮ ਚਿੱਤ ਆਵੇ, ਉਹਨਾਂ ਗੁਰੂ ਕਿਆਂ ਸਿੱਖਾਂ ਦੇ ਦਰਸ਼ਨ ਦਿਦਾਰੇ ਬਖਸ਼ਣੇ, ਉਹਨਾਂ ਦੀ ਸੰਗਤ ਬਖਸ਼ਣੀ ਜਿੱਥੋਂ ਪਰਮੇਸ਼ਰ ਤੇਰਾ ਨਾਮ ਚੇਤੇ ਆਵੇ, ਜਿੱਥੋਂ ਤੇਰੇ ਨਾਮ ਦੇ ਅੰਦਰ ਚਾਹਨਾ ਪੈਦਾ ਹੋਵੇ, ਇੱਛਾ ਪੈਦਾ ਹੋਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਐਸਿਆਂ ਦੀ ਸੰਗਤ ਕਰਕੇ ਹੋਰ ਵੀ ਬੇਅੰਤ ਜੀਵ ਤਰ ਜਾਂਦੇ ਹਨ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਰਸਨਾ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦੀ ਹੈ, ਹੇ ਪਿਆਰੇ ਜੀਵ ਤਿਨਾ ਠਾਕ ਨਾ ਪਾਈਐ, ਉਹਨਾਂ ਨੂੰ ਕਿਤੇ ਵੀ ਕੋਈ ਰੁਕਾਵਟ ਨਹੀਂ ਪੈਂਦੀ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਇਸ ਲੋਕ ਦੇ ਅੰਦਰ ਅਤੇ ਪਰਲੋਕ ਦੇ ਅੰਦਰ ਵੀ ਕੋਈ ਵੀ ਉਹਨਾਂ ਦਾ ਰਾਹ ਨਹੀਂ ਰੋਕਦਾ। ਸਾਰੇ ਵਿਘਨ, ਸਾਰੀਆਂ ਰੁਕਾਵਟਾਂ ਉਹਨਾਂ ਦੀਆਂ ਨਾਸ ਹੋ ਜਾਂਦੀਆਂ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਦੁਆਰਾ ਜਪਿਆ ਹੈ। ਅਤੇ ਨਾਮ ਨੂੰ ਜਪ ਕੇ ਸਾਰੀਆਂ ਵਿਘਨ, ਸਾਰੀਆਂ ਰੁਕਾਵਟਾਂ ਲੋਕ ਅਤੇ ਪਰਲੋਕ ਦੀਆਂ ਸਭ ਖਤਮ ਹੋ ਜਾਂਦੀਆਂ ਹਨ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਸਤਿਗੁਰੂ ਜੀ ਕਹਿੰਦੇ ਹੇ ਪਿਆਰੇ ਜੀਵ, ਜਿਵੇਂ ਕਿਸੇ ਦੇ ਬਹੁਤਾ ਭਾਰ ਪੈ ਜਾਵੇ ਸਿਰ ਦੇ ਉੱਪਰ ਅਤੇ ਉਹ ਭਾਰ ਦੇ ਹੇਠਾਂ ਦੱਬ ਜਾਂਦਾ ਅਤੇ ਉਹ ਫਿਰ ਲੰਘ ਰਿਹਾ ਹੋਵੇ ਪਾਣੀ ਦੇ ਵਿੱਚ ਦੀ, ਉੱਤੋਂ ਭਾਰ ਜਿਹੜਾ ਬੜਾ ਜ਼ਿਆਦਾ ਪੈ ਜਾਏ ਫਿਰ ਉਹ ਡੁੱਬ ਜਾਂਦਾ। ਇਸੇ ਪ੍ਰਕਾਰ ਹੀ ਬੂਢੇ ਭਾਰੇ ਭੈ ਬਿਨਾ, ਜੋ ਗੁਰੂ ਦਾ ਪਰਮੇਸ਼ਰ ਦਾ ਡਰ ਹੈ, ਇਹਦੇ ਤੋਂ ਬਿਨਾਂ ਪਰਮਾਤਮਾ ਦਾ ਡਰ ਭੁਲਾ ਕੇ ਅੰਦਰੋਂ ਨਿਡਰ ਹੋ ਕੇ ਵਿਸ਼ੇ ਵਿਕਾਰ ਭੋਗਦਾ ਹੋਇਆ ਜੀਵ ਔਗਣਾ ਗੁਨਾਹਾਂ ਨੂੰ ਕਰਦਾ ਹੋਇਆ ਇੰਨਾ ਭਾਰਾ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਸਮੁੰਦਰ ਦੇ ਅੰਦਰ ਡੁੱਬਦਾ ਜਾਂਦਾ। ਉਹਨੂੰ ਤਾਰਨ ਵਾਸਤੇ ਫਿਰ ਤਾਰੇ ਨਦਰ ਕਰੇ, ਉਹਨੂੰ ਤੇ ਫਿਰ ਪਰਮੇਸ਼ਰ ਵਾਹਿਗੁਰੂ ਗੁਰੂ ਆਪਣੀ ਨਿਗਾਹ ਜਿਹੜੀ ਹੈ ਨਦਰ ਸਵੱਲੀ ਕਰ ਦੇਵੇ ਅਤੇ ਤਾਰ ਦਿੰਦਾ ਹੈ। ਨਾਨਕ ਨਦਰੀ ਨਦਰ ਨਿਹਾਲ, ਜਿਹਦੇ 'ਤੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ ਉਹਨੂੰ ਫਿਰ ਡੁੱਬਦਿਆਂ ਨੂੰ ਵੀ ਤਾਰ ਦਿੰਦਾ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹੈ ਕਿ ਇਸ ਸੰਸਾਰ ਦੇ ਅੰਦਰ ਜੀਵ ਦੇ ਬੜੇ ਗੁਨਾਹ ਪਾਪ ਕੀਤੇ ਹੁੰਦੇ ਹੈ, ਬੜੇ ਔਗਣ ਕੀਤੇ ਹੁੰਦੇ ਹੈ, ਪਰ ਜਦੋਂ ਜੀਵ ਨੂੰ ਔਗਣਾਂ ਵੱਲੋਂ, ਵਿਕਾਰਾਂ ਵੱਲੋਂ, ਕਿਉਂਕਿ ਜਦੋਂ ਬੰਦਾ ਗੁਨਾਹ ਕਰਦਾ, ਕੋਈ ਪਾਪ ਕਰਦਾ, ਉਹਦੇ ਕਾਰਨ ਬਣਦੇ ਹੈ। ਪਹਿਲਾਂ ਤਾਂ ਜੀਵ ਕਰਦਾ ਉਹਦੇ ਰਸ ਨੂੰ ਮੁੱਖ ਰੱਖ ਕੇ, ਵੀ ਉਹਦੇ 'ਚੋਂ ਰਸ ਆਉਂਦਾ, ਉਹਦੇ 'ਚੋਂ ਸਵਾਦ ਆਉਂਦਾ, ਫਿਰ ਕਰਦਾ। ਅਤੇ ਜਦੋਂ ਉਸ ਨੂੰ ਭੋਗਦਿਆਂ ਫਿਰ ਉਹ ਮਜਬੂਰੀ ਬਣ ਜਾਂਦਾ। ਜਦੋਂ ਮਜਬੂਰੀ ਬਣ ਜਾਂਦਾ ਫਿਰ ਬੜਾ ਦੁਖੀ ਹੁੰਦਾ।
ਫਿਰ ਅੰਤਰ ਆਤਮੇ ਸੋਚਦਾ ਵੀ ਹੈ ਕਿ ਤੂੰ ਗੁਨਾਹ ਕਰ ਰਿਹਾ ਹੈ, ਔਗਣ ਕਰ ਰਿਹਾ ਹੈ, ਪਰ ਛੁੱਟਦਾ ਨਹੀਂ। ਜੀਉ ਦਾ ਕਰਦਾ ਤਰਲੇ ਲੈਂਦਾ ਪਰ ਨਹੀਂ ਛੱਡ ਸਕਦਾ। ਉੱਥੇ ਫਿਰ ਜੇ ਗੁਰੂ ਦਾ ਆਸਰਾ ਗ੍ਰਹਿਣ ਕਰੇ, ਜੇ ਗੁਰੂ ਦੀ ਓਟ ਲੈ ਲਵੇ, ਤੇ ਫਿਰ ਸਤਿਗੁਰੂ ਜੀ ਕਹਿੰਦੇ ਉਹ ਡੁੱਬਦਾ ਹੋਇਆ ਜੀਵ ਜਿਹੜਾ ਉਹ ਵੀ ਸੰਸਾਰ ਤੋਂ ਤਰ ਜਾਂਦਾ, ਉਹ ਵੀ ਇਹ ਸੰਸਾਰ ਤੋਂ ਪਾਰ ਹੋ ਜਾਂਦਾ। ਜਦੋਂ ਗੁਰੂ ਦੀ ਕੋਈ ਓਟ ਲੈਂਦਾ, ਫਿਰ ਗੁਰੂ ਨਦਰ ਸਵੱਲੀ ਕਰਕੇ ਉਸ ਨੂੰ ਤਾਰ ਦਿੰਦਾ ਹੈ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਹੇ ਪਿਆਰੇ ਜੀਵ, ਤੂੰ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਜਿਹੜੀ ਹੈ ਉਸ ਨੂੰ ਕਰ। ਇਕਾਂਤ ਦੇ ਵਿੱਚ ਬੈਠ ਕੇ, ਜਦੋਂ ਤੂੰ ਇਕੱਲਾ ਬੈਠਾ ਅੰਮ੍ਰਿਤ ਵੇਲੇ ਉੱਠਿਆ, ਉਸ ਸਮੇਂ ਵੀ ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰ। ਭੀ ਤੇਰੀ ਸਾਲਾਹ। ਫਿਰ ਜੇ ਤੂੰ ਸੰਗਤ ਦੇ ਵਿੱਚ ਬੈਠਾ, ਉੱਥੇ ਵੀ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਜਿਹੜੀ ਹੈ ਉਸ ਨੂੰ ਕਰਨਾ ਕਰ। ਵਿਣ ਬੋਹਿਥ ਭੈ ਡੁੱਬੀਐ ਪਿਆਰੇ, ਕੰਧੀ ਪਾਏ ਕਹਾਹ। ਸਤਿਗੁਰੂ ਜੀ ਕਹਿੰਦੇ ਭੈ ਤੋਂ ਬਿਨਾਂ, ਡਰ ਤੋਂ ਬਿਨਾਂ ਇਹ ਸੰਸਾਰ ਦੇ ਅੰਦਰ ਬੇਅੰਤ ਜੀਵ ਜਿਹੜੇ ਆ ਉਹ ਡੁੱਬ ਜਾਂਦੇ ਹੈ। ਅਤੇ ਜੇ ਡੁੱਬਦੇ ਜੀਵ ਨੂੰ ਇਹ ਸੰਸਾਰ ਸਮੁੰਦਰ ਤੋਂ ਤੂੰ ਤਰਨਾ ਹੈ, ਅਤੇ ਉਹਦੇ ਵਾਸਤੇ ਬੋਹਿਥ ਨਾਮ ਹੁੰਦਾ ਜਹਾਜ਼ ਦਾ, ਬੇੜੇ ਦਾ, ਕਿ ਬੋਹਿਥ ਬੇੜੇ ਤੋਂ ਬਿਨਾਂ ਇਹ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ। ਜਿਵੇਂ ਸਮੁੰਦਰ ਆਪਾਂ ਵੇਖਦੇ ਹਾਂ, ਵੀ ਇੱਕ ਕਿਨਾਰੇ 'ਤੇ ਖੜ੍ਹ ਕੇ ਵੇਖੀਏ ਤਾਂ ਉਹਦਾ ਪਤਾ ਹੀ ਨਹੀਂ ਚੱਲਦਾ ਵੀ ਕਿੱਥੇ ਕਿਹਦਾ ਦੂਸਰਾ ਕਿਨਾਰਾ, ਕਿੰਨਾ ਕੁ ਡੂੰਘਾ, ਕਿੰਨਾ ਕੁ ਪਾਣੀ ਹੈ, ਅੰਤ ਹੀ ਕੋਈ ਨਹੀਂ। ਅਤੇ ਉਹਨੂੰ ਜੇ ਤਰਨਾ ਹੋਵੇ, ਪਾਰ ਲੰਘਣਾ ਹੋਵੇ, ਅਤੇ ਫਿਰ ਤਾਂ ਜਹਾਜ਼ ਦੀ ਲੋੜ ਪੈਂਦੀ ਹੈ। ਵੱਡੇ ਵੱਡੇ ਬੇੜੇ ਸਮੁੰਦਰਾਂ 'ਚ ਚੱਲਦੇ ਆ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਦੇ ਅੰਦਰ ਬੜਾ ਪਾਣੀ ਹੈ ਮੋਹ ਦਾ, ਬੜੀਆਂ ਲਹਿਰਾਂ ਹਨ ਦੁੱਖ ਅਤੇ ਸੁੱਖ ਦੀਆਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਬੜੇ ਵੱਡੇ ਵੱਡੇ ਮਗਰਮੱਛ ਹੈ। ਇਸ ਪ੍ਰਕਾਰ ਇਹਨਾਂ ਤੋਂ ਜੇ ਬਚਣਾ ਹੈ ਤਾਂ ਉਹਦੇ ਵਾਸਤੇ ਫਿਰ ਤੂੰ ਬੇੜੇ 'ਚ ਸਵਾਰ ਹੋ, ਜਹਾਜ਼ 'ਚ ਸਵਾਰ ਹੋ। ਉਹ ਕੀ ਹੈ? ਪਰਮੇਸ਼ਰ ਦਾ ਨਾਮ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਦੇ ਬੇੜੇ 'ਚ ਸਵਾਰ ਹੋ ਜਾਂਦਾ, ਕੰਧੀ ਪਾਏ ਕਹਾਹ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਗੁਰੂ ਉਪਦੇਸ਼ ਰੂਪੀ ਜਿਹੜੀਆਂ ਆਵਾਜ਼ਾਂ ਮਾਰਦਾ ਕਿ ਪਿਆਰਿਆ ਇਸ ਬੇੜੇ 'ਚ ਸਵਾਰ ਹੋ ਅਤੇ ਸੰਸਾਰ ਤੋਂ ਪਾਰ ਹੋ ਸਕਦਾ ਹੈ। ਰਹਾਉ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨ ਕੋਇ। ਸਤਿਗੁਰੂ ਜੀ ਕਹਿੰਦੇ ਜੋ ਸਲਾਹੁਣੇ ਯੋਗ ਪਰਮੇਸ਼ਰ ਵਾਹਿਗੁਰੂ ਹੈ, ਜਿਸ ਦੀ ਸਿਫਤ ਸਲਾਹ ਕਰਨ ਦੇ ਨਾਲ ਸਾਨੂੰ ਸੁੱਖ ਮਿਲਣਾ, ਜਿਹਦੀ ਵਡਿਆਈ ਕਰਨ ਦੇ ਨਾਲ ਸਾਡੇ ਮਨ ਦੀ ਮਲੀਨਤਾ ਦੂਰ ਹੋਣੀ ਹੈ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਆ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਪਰਮਾਤਮਾ ਦੇ ਗੁਣ, ਉਹਦੀ ਵਡਿਆਈ ਕਰਨ ਦਾ ਲਾਭ ਕੀ ਹੈ? ਉਹਦਾ ਲਾਭ ਇਹ ਹੈ ਵੀ ਜਿਹੜੀ ਸਾਡੇ ਅੰਦਰ ਮਨ 'ਤੇ ਮੈਲ ਲੱਗੀ ਹੈ ਉਹ ਲਹਿ ਜਾਂਦੀ ਹੈ। ਹਉਮੈ ਜਿਹੜੀ ਸਾਡੇ ਅੰਦਰ ਫੈਲੀ ਹੋਈ ਹੈ, ਹੰਕਾਰ ਫੈਲਿਆ ਹੋਇਆ ਤਨ ਦਾ, ਮਨ ਦਾ, ਧਨ ਦਾ, ਉਹ ਸਾਰਾ ਹੰਕਾਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਲਹਿ ਜਾਂਦਾ। ਇਸ ਕਰਕੇ ਇਹ ਪਿਆਰੇ ਜੀਵ ਸਲਾਹੁਣੇ ਯੋਗ ਪਰਮਾਤਮਾ ਨੂੰ, ਪਰਮੇਸ਼ਰ ਨੂੰ ਤੂੰ ਸਿਫਤ ਸਲਾਹ ਕਰ। ਦੂਜਾ ਅਵਰ ਨਾ ਕੋਇ, ਉਹਨੂੰ ਛੱਡ ਕੇ ਕਿਸੇ ਹੋਰ ਦੀ ਵਡਿਆਈ ਨਾ ਕਰ। ਪਰਮਾਤਮਾ ਦਾ ਜਸ ਛੱਡ ਕੇ ਕਿਸੇ ਹੋਰ ਦੀ ਅਰਾਧਨਾ ਜਿਹੜੀ ਹੈ, ਪੂਜਨਾ ਜਿਹੜੀ ਹੈ ਉਹ ਨਾ ਕਰ, ਉਹਨੂੰ ਛੱਡ ਦੇ। ਅਤੇ ਇੱਕੋ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਪੂਜਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਿਧਾਂਤ ਖਾਲਸੇ ਨੂੰ ਬਖਸ਼ਿਸ਼ ਕੀਤਾ ਕਿ ਖਾਲਸਾ ਪੂਜਾ ਕਰਦਾ ਹੈ ਅਕਾਲ ਪੁਰਖ ਦੀ। ਪਰਚਨਾ ਹੁੰਦਾ ਹੈ, ਪਰਚਾ ਸ਼ਬਦ ਕਾ, ਮਨ ਦਾ ਜਿਹੜਾ ਪਰਚਨਾ ਹੈ, ਮਨ ਦਾ ਜੁੜਨਾ ਜਿਹੜਾ ਉਹ ਸ਼ਬਦ ਦੇ ਅੰਦਰ ਹੈ। ਅਤੇ ਦੀਦਾਰ ਖਾਲਸੇ ਕਾ, ਦਰਸ਼ਨ ਕਰਦਾ ਹੈ ਅਤੇ ਖਾਲਸੇ ਦੇ, ਗੁਰੂ ਕਿਆਂ ਸਿੱਖਾਂ ਸੇਵਕਾਂ ਦੇ, ਸੰਗਤਾਂ ਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੋਰ ਦੂਸਰਾ ਜੋ ਕੋਈ ਹੈ ਸੰਸਾਰ ਦੇ ਅੰਦਰ, ਉਹਦੀ ਪੂਜਨਾ ਅਰਾਧਨਾ ਜਿਹੜੀ ਹੈ ਉਹ ਨਾ ਕਰ, ਉਹਨੂੰ ਛੱਡ ਦੇ। ਇੱਕੋ ਸਿਫਤ ਸਲਾਹ ਜਿਹੜੀ ਹੈ ਅਕਾਲ ਪੁਰਖ ਦੀ ਕਰ। ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰੱਤੇ ਰੰਗ ਹੋਏ। ਸਤਿਗੁਰੂ ਜੀ ਕਹਿੰਦੇ ਹੇ ਪਿਆਰੇ ਜੀਵ,
ਜਿਹੜੇ ਸਾਡੇ ਪ੍ਰਭੂ ਪਰਮੇਸ਼ਰ ਨੂੰ ਸਲਾਹੁੰਦੇ ਐ ਸੇ ਭਲੇ, ਉਹ ਚੰਗੇ ਐ ਸੰਸਾਰ ਦੇ ਅੰਦਰ। ਜਿਹੜੇ ਪਰਮਾਤਮਾ ਦਾ ਜਸ ਕਰਦੇ ਆ ਉਹ ਭਲੇ ਐ। ਭਲੋ ਭਲੋ ਰੇ ਕੀਰਤਨੀਆਂ, ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਅੰਦਰ ਬਚਨ ਕਹੇ ਹਨ ਕਿ ਜਿਹੜੇ ਕੀਰਤਨ ਕਰਦੇ ਆ, ਜਸ ਕਰਦੇ ਆ ਪ੍ਰਭੂ ਪਰਮੇਸ਼ਰ ਦਾ, ਉਹ ਭਲੇ ਆ, ਉਹ ਚੰਗੇ ਆ। ਇਸ ਕਰਕੇ ਹੇ ਪਿਆਰੇ ਜੀਵ, ਸ਼ਬਦ ਰੱਤੇ ਰੰਗ ਹੋਏ। ਜਿਹੜੇ ਸ਼ਬਦ ਦੇ ਵਿੱਚ ਰੱਤੇ ਹੋਏ ਹੈ ਉਹਨਾਂ ਦੇ ਅੰਦਰ ਫਿਰ ਉਹ ਸ਼ਬਦ ਦੇ ਵਿੱਚੋਂ ਜੋ ਉਪਦੇਸ਼ ਮਿਲਦਾ, ਉਸ ਉਪਦੇਸ਼ ਦੇ ਵਿੱਚੋਂ ਜਿਹੜਾ ਆਪਣੇ ਸਰੂਪ ਦੀ ਪਛਾਣ ਹੈ, ਉਹ ਰੰਗ ਆਨੰਦ ਹੈ, ਉਹ ਪ੍ਰੇਮ ਹੈ, ਉਹਨੂੰ ਉਹ ਪ੍ਰਾਪਤ ਕਰਦੇ ਆਪਣੇ ਜੀਵਨ ਦੇ ਅੰਦਰ। ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ। ਸਤਿਗੁਰੂ ਜੀ ਕਹਿੰਦੇ ਐਸੀ ਸੰਗਤ ਜੇ ਮਿਲ ਜਾਵੇ ਜੀਵ ਨੂੰ, ਹੇ ਪਿਆਰੇ ਜੀਵ, ਜੇ ਤੈਨੂੰ ਐਸੀ ਸੰਗਤ ਮਿਲਦੀ ਹੈ ਤੇ ਫਿਰ ਰਸ ਲੈ, ਆਤਮਾ ਦਾ ਰਸ ਜਿਹੜਾ ਉਹਨੂੰ ਲੈ ਕੇ ਤਤ ਵਿਲੋਏ। ਜਿਹੜਾ ਤਤ ਸਿਧਾਂਤ ਰੂਪ ਹੈ ਉਸ ਨੂੰ ਰਿੜਕ, ਉਸ ਦੀ ਵਿਚਾਰ ਕਰ ਕਿ ਅਸਲੀ ਸਿਧਾਂਤ ਕੀ ਹੈ, ਉਹਨੂੰ ਵਿਚਾਰ ਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰ, ਆਤਮਾ ਦਾ ਰਸ ਪ੍ਰਾਪਤ ਕਰ। ਜਿਸ ਨੇ ਆਤਮਾ ਦਾ ਰਸ ਪ੍ਰਾਪਤ ਕੀਤਾ, ਸਤਿਗੁਰੂ ਜੀ ਕਹਿੰਦੇ ਉਹੀ ਖਾਲਸਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮਹਿ ਤਾਸ, ਮਹਿ ਰੰਚਕ ਨਾਹਿਨ ਭੇਵ। ਸਤਿਗੁਰੂ ਜੀ ਕਹਿੰਦੇ ਜਿਸ ਨੇ ਆਤਮਾ ਦੇ ਰਸ ਨੂੰ ਪ੍ਰਾਪਤ ਕਰ ਲਿਆ, ਉਹੀ ਸਹੀ ਮਾਇਨਿਆਂ ਦੇ ਵਿੱਚ ਖਾਲਸਾ ਹੈ। ਪ੍ਰਭ ਮਹਿ, ਪ੍ਰਭੂ ਪਰਮੇਸ਼ਰ ਦੇ ਵਿੱਚ, ਤੇ ਮੋਹ ਮਹਿ, ਮੇਰੇ ਵਿੱਚ, ਤੇ ਤਾਸ ਮਹਿ, ਉਸ ਖਾਲਸੇ ਦੇ ਵਿੱਚ। ਰੰਚਕ ਨਾਹਿਨ ਭੇਵ, ਰੱਤੀ ਮਾਤਰ ਵੀ ਫਰਕ ਨਹੀਂ ਹੈ, ਥੋੜ੍ਹੇ ਮਾਤਰ ਵੀ ਫਰਕ ਨਹੀਂ ਹੈ, ਇੱਕੋ ਹੀ ਰੂਪ ਬਣ ਜਾਂਦੇ। ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਚਨ ਕਰਦੇ ਹਨ, ਤਿਸ ਕੀ ਸੰਗਤ ਜੇ ਮਿਲੈ ਪਿਆਰੇ। ਇਹ ਪਿਆਰੇ ਜੀਵ, ਜੇ ਐਸਿਆਂ ਗੁਰਸਿੱਖਾਂ ਦੀ, ਐਸੇ ਗੁਰੂ ਦੀ ਸੰਗਤ ਤੈਨੂੰ ਮਿਲ ਰਹੀ ਹੈ, ਪ੍ਰਾਪਤ ਹੋ ਰਹੀ ਹੈ, ਰਸ ਲੈ ਤਤ ਵਿਲੋਏ। ਫਿਰ ਤੂੰ ਨਾਮ ਦਾ ਰਸ ਲੈ ਕੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਕੇ ਤਤ ਵਿਲੋਏ, ਜੋ ਅਸਲੀ ਤਤ ਪਰਮ ਤਤ ਰੂਪ ਪਰਮੇਸ਼ਰ ਵਾਹਿਗੁਰੂ ਹੈ। ਜਾਪ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਹਾਂ, ਨਮੋ ਪਰਮ ਤੱਤੰ ਅਤੱਤੰ ਸਰੂਪੇ, ਕਿ ਜੋ ਵੱਡਾ ਤੱਤ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਤੇ ਫਿਰ ਉਹ ਅਤੱਤੰ, ਤੱਤਾਂ ਤੋਂ ਵੀ ਰਹਿਤ ਹੈ, ਤੱਤਾਂ ਦੇ ਵਿੱਚ ਮੌਜੂਦ ਹੈ, ਪਰ ਉਹ ਆਪ ਤੱਤ ਰੂਪ ਨਹੀਂ, ਤੱਤਾਂ ਤੋਂ ਵੱਖਰਾ ਹੈ। ਤੱਤਾਂ ਦੇ ਅੰਦਰ ਜੋ ਸ਼ਕਤੀ ਹੈ ਕੰਮ ਕਰਨ ਦੀ, ਗੁਣ ਹੈ ਤੱਤਾਂ ਦੇ, ਉਹ ਉਹਦੀ ਸੱਤਾ ਨਾਲ ਹੋ ਰਹੇ ਹੈ। ਐਸਾ ਜੋ ਅਤੱਤ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹਨੂੰ ਤੂੰ ਆਪਣੇ ਜੀਵਨ ਦੇ ਅੰਦਰ ਪਛਾਨਣਾ ਕਰ। ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਸਤਿਗੁਰੂ ਜੀ ਕਹਿੰਦੇ ਪਤ ਪਰਵਾਨਾ ਸਾਚ ਕਾ, ਹੇ ਪਿਆਰੇ ਜੀਵ, ਸੱਚਾ ਜਿਹੜਾ ਪਤ ਤੇ ਇੱਜ਼ਤ ਵਾਲਾ ਜਿਹੜਾ ਪਰਵਾਨਾ ਚਿੱਠੀ ਹੈ, ਉਹ ਕੀ ਹੈ? ਨਾਮ ਸੱਚਾ ਨਿਸ਼ਾਨ। ਉਹ ਪਰਮੇਸ਼ਰ ਦਾ ਸੱਚਾ ਨਾਮ ਹੈ, ਤੇ ਉਹ ਨਾਮ ਹੀ ਨਿਸ਼ਾਨ ਅਸਲੀ ਮੋਹਰ ਹੈ। ਜਿਸ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੈ, ਉਹਦੇ ਕੋਲੇ ਉਹ ਅਸਲੀ ਮੋਹਰ ਹੈ। ਜਿਵੇਂ ਮੋਹਰ ਵਾਲਾ ਕਾਗਜ਼ ਜਿਹੜਾ ਉਹ ਪ੍ਰਵਾਨਿਕ ਹੁੰਦਾ, ਉਹ ਚੱਲਦਾ। ਜਿਸ ਕਾਗਜ਼ 'ਤੇ ਕੋਈ ਮੋਹਰ ਨਾ ਹੋਵੇ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ, ਵੀ ਇਹਦੇ 'ਤੇ ਕਿਸੇ ਦੀ ਅਥਾਰਟੀ ਨਹੀਂ, ਕੋਈ ਮੋਹਰ ਨਹੀਂ, ਵੀ ਇਹ ਕਿਸ ਦਾ ਹੈ। ਇਸੇ ਪ੍ਰਕਾਰ ਹੀ ਜਿਨ੍ਹਾਂ ਦੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਚਿੰਨ੍ਹ ਹੈ, ਨਾਮ ਦੀ ਮੋਹਰ ਹੈ ਜਿਨ੍ਹਾਂ ਦੇ ਪਾਸ, ਉਹ ਸੱਚੀ ਪੱਤ ਵਾਲੇ, ਇੱਜ਼ਤ ਵਾਲੇ ਜਿਹੜੇ ਹੈ, ਉਹ ਸੱਚੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਹਨ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਦੇ ਅੰਦਰ ਜੀਵ ਆਇਆ ਜਨਮ ਧਾਰਨ ਕਰਕੇ, ਲਿਖ ਲੈ ਜਾਵਣਾ। ਹੇ ਪਿਆਰੇ ਜੀਵ, ਤੂੰ ਉਹ ਨਾਮ ਨੂੰ ਆਪਣੇ ਜੀਵਨ ਦੇ ਅੰਦਰ ਲਿਖ ਕੇ ਲੈ ਜਾ। ਤੂੰ ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ, ਉਹਦਾ ਚਿੰਤਨ ਕਰਕੇ, ਤੂੰ ਉਹ ਆਪਣੇ ਜੀਵਨ 'ਤੇ ਮੋਹਰ ਲਵਾ ਕੇ ਜਾ ਕਿ ਮੈਂ ਪਰਮੇਸ਼ਰ ਦਾ ਨਾਮ ਜਪਿਆ। ਹੁਕਮੀ ਹੁਕਮ ਪਛਾਣ। ਫਿਰ ਉਹ ਜੋ ਹੁਕਮੀ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਹੁਕਮ ਨੂੰ ਤੂੰ ਪਛਾਣ ਕਿ ਉਹਦਾ ਹੁਕਮ ਕੀ ਹੈ। ਨਾਨਕ ਨਾਮ ਹੁਕਮ ਏਕ ਹੈ, ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਸਾਨੂੰ ਸਮਝਾਉਂਦੇ ਹੈ, ਸਿੱਖਿਆ ਦਿੰਦੇ ਹੈ ਕਿ ਪਰਮੇਸ਼ਰ ਦਾ ਹੁਕਮ ਇੱਕੋ ਨਾਮ ਹੈ, ਕਿ ਨਾਮ ਦੀ ਆਰਾਧਨਾ ਕਰਨੀ, ਨਾਮ ਦਾ ਚਿੰਤਨ ਕਰਨਾ।
ਇਸ ਨਾਮ ਦੇ ਚਿੰਤਨ ਨੂੰ ਕਰਕੇ हे ਜੀਵ ਤੂੰ ਆਪਣੇ ਜੀਵਨ ਦੇ ਅੰਦਰ ਲਿਖ ਕੇ ਲੈ ਜਾ। ਇਹ ਸੰਸਾਰ ਤੇ ਆਇਆ ਹੋਇਆ ਤੇਰਾ ਜਿਹੜਾ ਸਫਲਾ ਹੋ ਸਕਦਾ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਆਏ ਬਸਹਿ ਸਾਧੂ ਕੇ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਉਹਦਾ ਆਉਣਾ ਸਤਿਗੁਰੂ ਜੀ ਕਹਿੰਦੇ ਸਫਲਾ ਹੋ ਜਾਂਦਾ ਹੈ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾਂ ਐਸੇ ਹੁਕਮ ਨੂੰ हे ਪਿਆਰੇ ਜੀਵ ਨਹੀਂ ਬੁੱਝ ਸਕੀਦਾ। ਇਹ ਜਦੋਂ ਗੁਰੂ ਵਾਲੇ ਬਣਦੇ ਆ ਫਿਰ ਗੁਰੂ ਉਪਦੇਸ਼ ਦੁਆਰਾ ਸਾਨੂੰ ਸਮਝਾਉਂਦਾ ਕਿ ਪਿਆਰੇ ਜੀਵ ਤੂੰ ਇਸ ਧਰਤੀ 'ਤੇ ਇਹ ਮਨੁੱਖਾ ਜਨਮ ਤੈਨੂੰ ਮਿਲਿਆ, ਉਹ ਕਿਸ ਵਾਸਤੇ ਮਿਲਿਆ? ਤੂੰ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ 'ਚ ਧਾਰਨ ਕਰ। ਸਾਚੇ ਸਾਚਾ ਤਾਣ, ਕਿਉਂਕਿ ਇਹ ਸੱਚੇ ਪਰਮੇਸ਼ਰ ਦਾ ਸੱਚਾ ਬਲ ਹੈ, ਇਹ ਸੱਚੀ ਤਾਕਤ ਹੈ ਪਰਮੇਸ਼ਰ ਦੀ। ਕਿਉਂਕਿ ਸਾਡਾ ਸੁਭਾਅ ਹੁੰਦਾ ਵੀ ਅਸੀਂ ਜੁੜਦੇ ਹਾਂ ਕਿ ਜਿਹਦੇ ਅੰਦਰ ਕੋਈ ਤਾਕਤ ਸਾਨੂੰ ਦਿਸੇ, ਕੋਈ ਸ਼ਕਤੀ ਦਿਸੇ ਅਤੇ ਸਾਨੂੰ ਐਂ ਹੁੰਦਾ ਵੀ ਇਹ ਸਾਡੀ ਰੱਖਿਆ ਕਰੂ। ਪਰ ਪਰਮੇਸ਼ਰ ਵਾਹਿਗੁਰੂ ਸਭ ਸ਼ਕਤੀਆਂ ਦਾ ਮਾਲਕ ਹੈ, ਉਹਦਾ ਨਾਮ ਸਭ ਤੋਂ ਵੱਡੀ ਤਾਕਤ ਹੈ, ਸਭ ਤੋਂ ਵੱਡੀ ਸ਼ਕਤੀ ਨਾਮ ਹੈ ਪਰਮੇਸ਼ਰ ਦਾ। ਇਸ ਕਰਕੇ हे ਜੀਵ ਤੂੰ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਜੇ ਗ੍ਰਹਿਣ ਕਰੇਂਗਾ ਤਾਂ ਉਹ ਸੱਚੇ ਬਲ ਵਾਲਾ, ਤਾਕਤ ਵਾਲਾ, ਲੋਕ ਤੇ ਪ੍ਰਲੋਕ ਦੇ ਅੰਦਰ ਤੇਰੀ ਇੱਜ਼ਤ ਨੂੰ ਰੱਖਣ ਵਾਲਾ ਹੈ। ਹੁਕਮੈ ਅੰਦਰ ਨਿੰਮਿਆ ਪਿਆਰੇ, ਹੁਕਮੈ ਉਦਰ ਮਝਾਰ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ हे ਪਿਆਰੇ ਜੀਵ ਤੂੰ ਇਸ ਸੰਸਾਰ ਦੇ ਅੰਦਰ ਆਉਣ ਤੋਂ ਪਹਿਲਾਂ ਹੁਕਮੈ ਉਦਰ ਮਝਾਰ, ਮਾਤਾ ਦੇ ਉਦਰ ਪੇਟ ਦੇ ਵਿੱਚ ਤੂੰ ਆਇਆ, ਉੱਥੇ ਨਿੰਮਿਆ, ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਝਾਰ। ਨਿੰਮਿਆ ਕਹਿੰਦੇ ਹੈ ਜਿਵੇਂ ਕੋਈ ਬੀਜ ਫੁੱਟਣ ਦਾ ਆਉਂਦਾ, ਜਦੋਂ ਕੋਈ ਬੀਜ ਨਵਾਂ ਫੁੱਟਦਾ ਉਹਨੂੰ ਨਿੰਮਣਾ ਕਹਿੰਦੇ ਹੈ। ਇਸੇ ਪ੍ਰਕਾਰ ਹੀ ਪਿਤਾ ਦੇ ਬਿੰਦ ਤੇ ਮਾਤਾ ਦੀ ਰਕਤ ਦੁਆਰਾ ਤੂੰ ਮਾਤਾ ਦੇ ਪੇਟ ਦੇ ਅੰਦਰ ਨਿੰਮਿਆ ਪੈਦਾ ਹੋਇਆ, ਉੱਥੇ ਤੇਰਾ ਇਹ ਸਰੀਰ ਜਿਹੜਾ ਪਰਮੇਸ਼ਰ ਦੇ ਹੁਕਮ ਦੇ ਅੰਦਰ ਬਣਿਆ ਹੈ। ਹੁਕਮੈ ਅੰਦਰ ਜੰਮਿਆ ਪਿਆਰੇ, ਊਧੋ ਸਿਰ ਕੈ ਭਾਰ। ਸਤਿਗੁਰੂ ਜੀ ਕਹਿੰਦੇ ਫਿਰ ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ हे ਪਿਆਰੇ ਜੀਵ ਤੇਰਾ ਜਨਮ ਹੋਇਆ, ਤੂੰ ਇਸ ਧਰਤੀ 'ਤੇ ਆਇਆ। ਊਧੋ ਸਿਰ ਕੈ ਭਾਰ, ਅਤੇ ਤੂੰ ਉੱਥੇ 9 ਮਹੀਨੇ ਊਧੋ ਸਿਰ ਦੇ ਭਾਰ ਹੋ ਕੇ ਤਪ ਕੀਤਾ। ਸਿਰ ਤਲੈ ਪੈਰ ਉੱਪਰੇ, ਵਸੰਦੜੋ ਕੋਹਥੜੈ ਥਾਏ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰਹਿ ਜਿਸ ਦੈ ਨਾਏ। ਜਿਸ ਪਰਮੇਸ਼ਰ ਨੇ ਤੇਰੀ ਉਸ ਜਗ੍ਹਾ 'ਤੇ ਰੱਖਿਆ ਕੀਤੀ ਹੈ ਜਿੱਥੇ ਤੇਰਾ ਸਰੀਰ ਬਣਿਆ, ਕਿਵੇਂ ਸਰੀਰ ਬਣਿਆ, ਕਿਵੇਂ ਵਿੱਚ ਜੋਤ ਆ ਗਈ, ਕਿਵੇਂ ਅੰਗ ਪ੍ਰਤੰਗ ਬਣ ਗਏ, ਇਹ ਉਹਦਾ ਹੁਕਮ 'ਚ ਹੀ ਬਣੇ ਹੈ, ਉਹਦੀ ਸੱਤਾ 'ਚ ਹੀ ਬਣੇ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਉਹਦੇ ਹੁਕਮ ਦੇ ਅੰਦਰ ਹੀ ਤੂੰ ਇਸ ਸੰਸਾਰ 'ਤੇ ਜਨਮ ਜਿਹੜਾ ਉਸ ਨੂੰ ਧਾਰਨ ਕੀਤਾ ਹੈ। ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹੈ, ਜਿਹੜੇ ਗੁਰੂ ਨੂੰ ਮੁੱਖ ਬਣਾ ਕੇ ਚੱਲਦੇ ਹੈ, ਜਨਮ ਧਾਰਨ ਕਰਕੇ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਜਾਂਦੇ ਆ। हे ਪਿਆਰੇ ਜੀਵ ਦਰਗਹਿ ਜਾਣੀਐ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਹੈ। ਚੱਲੈ ਕਾਰਜ ਸਾਰ, ਕਿਉਂਕਿ ਉਹਨਾਂ ਨੇ ਇਹ ਜਨਮ ਧਾਰਨ ਕਰਨ ਦਾ ਜਿਹੜਾ ਅਸਲੀ ਕਾਰਜ ਸੀ ਉਹਨੂੰ ਸਵਾਰ ਲਿਆ ਵੀ ਇਹ ਕਿਉਂ ਮਿਲਿਆ ਸਾਨੂੰ, ਇਹ ਮਨੁੱਖਾ ਜਨਮ ਕਿਸ ਕਾਰਜ ਵਾਸਤੇ ਮਿਲਿਆ, ਉਹ ਕਾਰਜ ਉਹਨਾਂ ਨੇ ਕਰ ਲਿਆ। ਜਦੋਂ ਉਹ ਕਾਰਜ ਉਹਨਾਂ ਨੇ ਕਰ ਲਿਆ ਤੇ ਉਹ ਗੁਰਮੁਖ ਜਿਹੜੇ ਆ ਫਿਰ ਦਰਗਾਹ ਦੇ ਵਿੱਚ ਜਾਣੇ ਜਾਂਦੇ ਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਉਹ ਜਿਹੜੇ ਗੁਰਮੁਖ ਹੁੰਦੇ ਆ ਸੱਚੀ ਦਰਗਾਹ ਦੇ ਵਿੱਚ ਜਾ ਕੇ ਸੱਚਾ ਪਿੜ ਜਿਹੜਾ ਉਹਨੂੰ ਮੱਲ ਲੈਂਦੇ, ਕਿਉਂਕਿ ਉਹਨਾਂ ਨੇ ਕਾਰਜ ਸੀ ਜਿਹੜਾ ਮਨੁੱਖਾ ਜਨਮ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਕਾਰਜ ਨੂੰ ਉਹਨਾਂ ਨੇ ਕਰ ਲਿਆ ਹੈ। ਹੁਕਮੈ ਅੰਦਰ ਆਇਆ ਪਿਆਰੇ, ਹੁਕਮੋ ਜਾਦੋ ਜਾਏ। ਸਤਿਗੁਰੂ ਜੀ ਕਹਿੰਦੇ हे ਪਿਆਰੇ ਜੀਵ ਤੂੰ ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ ਇਸ ਧਰਤੀ 'ਤੇ ਆਇਆ। ਹੁਕਮੇ ਜਾਦੋ ਜਾਏ, ਅਤੇ ਹੁਕਮ ਦੇ ਅੰਦਰ ਹੀ ਤੂੰ ਇਸ ਸੰਸਾਰ ਰੂਪੀ ਜਗ੍ਹਾ ਤੋਂ ਜਾਦੋ ਕੀਏ ਚਲਿਆ ਗਿਆ। ਜਨਮ ਆਪਣਾ ਭੋਗ ਕੇ, ਸਵਾਸ ਆਪਣੇ ਭੋਗ ਕੇ, ਜਿਵੇਂ ਆਪਾਂ ਆਮ ਸ਼ਬਦ ਪੜ੍ਹਦੇ ਹਾਂ ਜਦੋਂ ਕਿਤੇ ਭੋਗਾਂ 'ਤੇ ਜਾਂਦੇ ਹਾਂ, ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ, ਕਿ ਉਹ ਪਰਮੇਸ਼ਰ ਵਾਹਿਗੁਰੂ ਘੱਲਦਾ, ਜਦੋਂ ਸੱਦਦਾ ਉਦੋਂ ਚੱਲ ਜਾਂਦੇ।
ਉਹਦੇ ਹੁਕਮ ਦੇ ਅੰਦਰ ਹੀ ਜੀਵ ਤੂੰ ਆਉਣਾ ਤੇ ਹੁਕਮ ਦੇ ਅੰਦਰ ਹੀ ਜਾਣਾ ਹੈ। ਹੁਕਮੇ ਬੰਨ ਚਲਾਈਐ ਪਿਆਰੇ, ਮਨ ਮੁਖ ਲਹੈ ਸਜਾਏ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਉਹਦੇ ਹੁਕਮ ਨੂੰ ਨਹੀਂ ਪਛਾਣਦਾ, ਜਨਮ ਧਾਰਨ ਕਰਕੇ ਸਾਰੀ ਜ਼ਿੰਦਗੀ ਲੰਘਾ ਜਾਂਦਾ ਪਰ ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਉਹਦੇ ਹੁਕਮ ਨੂੰ ਨਹੀਂ ਸਮਝਦਾ ਕਿ ਕਿਸ ਵਾਸਤੇ ਮਿਲਿਆ। ਹੇ ਪਿਆਰੇ ਜੀਵ ਫਿਰ ਬੰਨ ਚਲਾਈਐ, ਫਿਰ ਉਹ ਕੀਤੇ ਕਰਮ ਗੁਨਾਹ ਜਿਹੜੇ ਆ ਉਹ ਬੰਨ ਲੈਂਦੇ ਆ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਜੀਵ ਕਰਦਾ ਸਮਝ ਲਓ ਇਹ ਫਾਈਆਂ ਹੀ ਹੈ, ਇਹ ਜੰਜੀਰਾਂ ਹੀ ਹੈ। ਉਹ ਔਗਣ ਹੀ ਜੰਜੀਰਾਂ ਬਣ ਕੇ ਗਲ 'ਚ ਪੈ ਜਾਂਦੇ। ਮਨਮੁਖ ਲਹੈ ਸਜਾਏ। ਫਿਰ ਸਤਿਗੁਰੂ ਜੀ ਕਹਿੰਦੇ ਉਹ ਮਨਮੁਖ ਜੀਵ ਜਿਹੜੇ ਆ, ਸਜਾਵਾਂ ਜਿਹੜੀਆਂ ਉਹਨਾਂ ਨੂੰ ਲੈਂਦੇ ਆ, ਭੋਗਦੇ ਹਨ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਦਾ ਜਾਏ। ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮੇਸ਼ਰ ਦੇ ਹੁਕਮ ਨੂੰ ਸ਼ਬਦ ਦੁਆਰਾ ਪਛਾਣ ਲੈਂਦਾ, ਕਿਉਂਕਿ ਸ਼ਬਦ ਗੁਰੂ ਕਾ ਹੈ, ਉਪਦੇਸ਼ ਗੁਰੂ ਕਾ ਹੈ, ਅਤੇ ਗੁਰੂ ਕੇ ਉਪਦੇਸ਼ ਦੇ ਅੰਦਰ, ਬਾਣੀ ਦੇ ਅੰਦਰ ਉਹ ਪਰਮੇਸ਼ਰ ਦਾ ਹੁਕਮ ਦੱਸਿਆ ਹੋਇਆ। ਹੇ ਪਿਆਰੇ ਜੀਵ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਸਮਝ ਕੇ ਸੱਚੇ ਨਾਮ ਦੇ ਵਿੱਚ ਲੱਗ ਜਾਂਦਾ, ਦਰਗਹਿ ਪੈਦਾ ਜਾਏ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਜ਼ਤ ਦੇ ਸਹਿਤ ਹੋ ਕੇ ਪਹੁੰਚ ਜਾਂਦਾ, ਪ੍ਰਵਾਨਿਕ ਬਣ ਜਾਂਦਾ ਹੈ। ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਏ। ਸਤਿਗੁਰੂ ਜੀ ਕਹਿੰਦੇ ਹੇ ਪਿਆਰੇ ਜੀਵ ਤੂੰ ਹੁਕਮ ਦੇ ਅੰਦਰ ਹੀ ਆਪਣੀਆਂ ਗਣਤ ਗਣਾਈਐ, ਆਪਣੀਆਂ ਗਿਣਤੀਆਂ ਮਿਣਤੀਆਂ ਗਣਾਉਣਾ ਰਹਿਣਾ ਕਿ ਮੇਰੇ ਕੋਲੇ ਇਤਨਾ ਧਨ ਹੈ, ਮੇਰੇ ਕੋਲੇ ਇਤਨੀ ਪ੍ਰੋਪਰਟੀ ਹੈ, ਮੇਰੇ ਕੋਲੇ ਆਹ ਚੀਜ਼ ਹੈ, ਦੱਸਦਾ ਰਹਿੰਦਾ ਨਾ ਲੋਕਾਂ ਨੂੰ ਮੇਰੇ ਕੋਲੇ ਇੰਨਾ ਕੁਝ ਹੈ। ਇਹ ਸਤਿਗੁਰੂ ਜੀ ਕਹਿੰਦੇ ਹੇ ਜੀਵ ਤੂੰ ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ ਤੇ ਹਉਮੈ ਦੇ ਵਸ ਹੋ ਕੇ, ਹੁਕਮੇ ਹਉਮੈ ਦੋਏ, ਹਉਮੈ ਹੰਕਾਰ ਤੇ ਦੋਏ ਜਿਹੜੀ ਦਵੈਤ ਹੈ, ਇਸ ਦਵੈਤ ਤੇ ਹੰਕਾਰ ਦੇ ਵਸ ਹੋ ਕੇ ਤੂੰ ਪਰਮੇਸ਼ਰ ਦੇ ਹੁਕਮ ਨੂੰ ਸਮਝੇ ਤੋਂ ਬਿਨਾਂ ਤੇ ਆਪਣੇ ਹੰਕਾਰ ਨੂੰ ਥਾਂ ਥਾਂ 'ਤੇ ਗਣਤ ਗਣਾਈਐ, ਉਹਨੂੰ ਵਿਚਾਰਦਾ ਰਹਿਣਾ, ਉਸ ਨੂੰ ਸੁਣਾਉਣਾ ਰਹਿਣਾ। ਜਿਵੇਂ ਤੂੰ ਸੁਣਾਉਣਾ ਫਿਰ ਤੈਨੂੰ ਸੁੱਖ ਮਿਲਦਾ, ਕਿਉਂਕਿ ਹੰਕਾਰ ਵੀ ਸੁੱਖ ਦਿੰਦਾ ਨਾ। ਜਦੋਂ ਬੰਦਾ ਦੱਸਦਾ ਵੀ ਮੇਰੇ ਕੋਲ ਇੰਨਾ ਕੁਝ ਹੈ ਅਤੇ ਅੰਦਰ ਸੁੱਖ ਮਿਲਦਾ, ਫਿਰ ਜਦੋਂ ਕੋਈ ਹੋਰ ਵਡਿਆਈ ਕਰ ਦੇਵੇ ਫਿਰ ਹੋਰ ਸੁਖੀ ਹੁੰਦਾ, ਕਿਉਂਕਿ ਹੰਕਾਰ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਹਉਮੈ ਹੈ, ਹੰਕਾਰ ਹੈ, ਇਹਦੇ ਵਿੱਚ ਪੈ ਕੇ ਅਤੇ ਜਿਹੜੀ ਦਵੈਤ ਹੈ, ਜਿਹੜੀ ਪਰਮੇਸ਼ਰ ਤੋਂ ਦੂਰ ਕਰਨ ਵਾਲੀ ਜਿਹੜੀ ਮੱਤ ਹੈ, ਉਹਦੇ ਵਿੱਚ ਤੂੰ ਲੱਗ ਗਿਆ। ਹੁਕਮੇ ਭਵੈ ਭਵਾਈਐ ਪਿਆਰੇ, ਔਗਣ ਮੁੱਠੀ ਰੋਏ। ਸਤਿਗੁਰੂ ਜੀ ਕਹਿੰਦੇ ਹੇ ਪਿਆਰੇ ਜੀਵ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਤੂੰ ਆਪਣੇ ਕਰਮਾਂ ਅਨੁਸਾਰ ਭਵੈ ਭਵਾਈਐ, ਭਾਉਂਦਾ ਫਿਰਦਾ ਭਰਮ ਦੇ ਵਿੱਚ ਪੈ ਕੇ। ਅਵਗਣ ਮੁੱਠੀ ਰੋਏ, ਔਗਣਾਂ ਨੇ ਤੈਨੂੰ ਮੁੱਠੀ ਕਹੀਏ ਲੁੱਟ ਲਿਆ, ਠੱਗ ਲਿਆ ਤੈਨੂੰ, ਅਤੇ ਫਿਰ ਤੂੰ ਰੋਏ ਕਹੀਏ ਰੋਨਾ ਹੈ। ਜਦੋਂ ਔਗਣਾਂ ਦੇ ਵੱਲੋਂ ਤੂੰ ਲੁੱਟਿਆ ਜਾਣਾ, ਠੱਗਿਆ ਜਾਣਾ, ਅਤੇ ਬਾਅਦ ਦੇ ਵਿੱਚ ਫਿਰ ਜਿਹੜਾ ਰੋਣਾ ਅਤੇ ਪਛਤਾਉਣਾ ਹੈ ਉਹ ਤੇਰੇ ਪੱਲੇ ਰਹਿ ਜਾਂਦਾ ਹੈ। ਹੁਕਮ ਸਿਆਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਸਤਿਗੁਰੂ ਜੀ ਕਹਿੰਦੇ ਹੇ ਪਿਆਰੇ ਜੀਵ ਤੂੰ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਸਿਆਣ, ਆਪਣੇ ਜੀਵਨ ਦੇ ਵਿੱਚ ਪਛਾਣ ਕਿ ਉਹ ਸੱਚੇ ਸ਼ਾਹ ਦਾ ਕੀ ਹੁਕਮ ਹੈ। ਸੱਚ ਮਿਲੈ ਵਡਿਆਈ ਹੋਏ, ਜੇ ਤੈਨੂੰ ਸੱਚਾ ਨਾਮ ਮਿਲ ਜਾਏ ਫਿਰ ਤੇਰੀ ਵਡਿਆਈ ਵੀ ਸੱਚੀ ਹੋ ਜਾਏ। ਜਿਹੜੀ ਵਡਿਆਈ ਦੇ ਪਿੱਛੇ ਤੂੰ ਲੱਗਿਆ ਮਾਇਆ ਦੇ ਪਿੱਛੇ ਥੋੜ੍ਹੀ ਹੈ। ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ, ਇਸ ਯੁੱਗ ਮਹਿ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ। ਨਾਮ ਦੀ ਸੋਭਾ ਐਸੀ ਹੈ, ਸਤਿਯੁਗ ਦੇ ਅੰਦਰ ਭਗਤ ਪ੍ਰਹਿਲਾਦ ਨੇ ਅਤੇ ਧਰੂ ਨੇ ਜਪਿਆ ਅਤੇ ਹੁਣ ਕਲਯੁਗ ਚੱਲ ਰਿਹਾ, ਹੁਣ ਵੀ ਉਹਨਾਂ ਦੀ ਸੋਭਾ। ਭਗਤ ਕਬੀਰ ਸਾਹਿਬ ਕਿੰਨਾ ਸਮਾਂ ਪਹਿਲਾਂ ਹੋਏ ਹੈ, ਪਰ ਉਹਨਾਂ ਦੀ ਸੋਭਾ ਅੱਜ ਵੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਸਿੱਖਿਆ ਬਖਸ਼ਦਿਆਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਵਾਰੀ ਕਿਹਾ ਸੀ ਕਿ ਭਗਤ ਕਬੀਰ ਸਾਹਿਬ ਦੇ ਸਮੇਂ ਰਾਜਾ ਕਿਹੜਾ ਹੋਇਆ। ਸਿੱਖਾਂ ਨੇ ਬੜੇ ਨਾਂ ਦੱਸੇ, ਆਪੋ ਵਿੱਚ ਦੀ ਕਿਸੇ ਦੀ ਰਾਏ ਨਾ ਮਿਲੇ, ਕੋਈ ਕਵੇ ਫਲਾਣਾ ਹੋਇਆ, ਕੋਈ ਕਵੇ ਫਲਾਣਾ ਹੋਇਆ, ਅਤੇ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਸਿੱਖੋ ਤੁਸੀਂ ਦੱਸ ਹੀ ਨਹੀਂ ਸਕਦੇ ਵੀ ਕਿਹੜਾ ਰਾਜਾ ਹੋਇਆ। ਕਹਿਣ ਲੱਗੇ ਮਹਾਰਾਜ ਫਿਰ ਇਹਦੇ ਵਿੱਚ ਕੀ ਰਾਜ ਹੈ। ਕਹਿੰਦੇ ਹੁਣ ਭਗਤ ਕਬੀਰ ਜੀ ਬਾਰੇ ਦੱਸੋ, ਕਿਸੇ ਨੂੰ ਮਰਜ਼ੀ ਪੁੱਛੋ ਵੀ ਭਗਤ ਕਬੀਰ ਜੀ ਹੋਏ ਆ। ਕਹਿਣ ਲੱਗੇ ਬੱਚੇ ਨੂੰ ਪੁੱਛੋ ਵੀ ਕਹੂ ਵੀ ਹੋਇਆ। ਕਹਿੰਦੇ ਇਹ ਨਾਮ ਦੀ ਵਡਿਆਈ ਹੈ, ਇਹ ਪਰਮੇਸ਼ਰ ਦੇ ਨਾਮ ਦੀ ਹੀ ਬਰਕਤ ਹੈ ਕਿ ਜਿਹੜਾ ਨਾਮ ਨੂੰ ਜਪਦਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਹੇ ਜੀਵ ਪਿਆਰੇ ਜੀਵ, ਤੂੰ ਹੁਕਮ ਨੂੰ ਪਛਾਣ, ਸੱਚ ਮਿਲੈ ਵਡਿਆਈ ਹੋਏ। ਜੇ ਤੈਨੂੰ ਸੱਚਾ ਨਾਮ ਮਿਲ ਗਿਆ ਪਰਮੇਸ਼ਰ ਦਾ, ਤੇਰੀ ਵਡਿਆਈ ਵੀ ਸੱਚੀ ਹੋ ਜਾਏਗੀ। ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ। ਪਰ ਸਤਿਗੁਰੂ ਜੀ ਕਹਿੰਦੇ ਆਖੀਏ ਕਿਵੇਂ? ਆਖਣ ਔਖਾ। ਪਰਮੇਸ਼ਰ ਦਾ ਨਾਮ ਹੈ ਪਿਆਰੇ ਜੀਵ, ਆਖਣਾ ਬੜਾ ਹੀ ਔਖਾ ਹੈ। ਕਿਵੇਂ ਇਸ ਨੂੰ ਆਖੀਏ? ਫਿਰ ਮਹਾਰਾਜ ਸੁਣ ਲਿਆ ਕਰੀਏ। ਤੇ ਸਤਿਗੁਰੂ ਕਹਿੰਦੇ, ਕਿਉਂ ਸੁਣੀਐ ਸੱਚ ਨਾਉ। ਸੁਣਿਆ ਵੀ ਨਹੀਂ ਜਾ ਸਕਦਾ, ਇਹ ਸੁਣਨਾ ਵੀ ਬੜਾ ਔਖਾ ਹੈ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਇੱਕ ਵਾਰੀ ਪੰਡਤ ਗਏ ਤੇ ਸਤਿਗੁਰਾਂ ਨੇ ਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ। ਕਹਿਣ ਲੱਗੇ, ਜੀ ਨਾਮ ਅਸੀਂ ਜਪ ਸਕਦੇ ਹਾਂ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੁਹਾਨੂੰ ਸਭ ਕੁਝ ਇੱਥੇ ਮਿਲੇਗਾ, ਖਾਣ ਨੂੰ ਵੀ ਤੁਹਾਨੂੰ ਮਾਇਆ ਵੀ ਦਿੱਤੀ ਜਾਊ, ਪਰ ਤੁਸੀਂ 8 ਘੰਟੇ ਲਗਾਤਾਰ ਨਾਮ ਜਪਣਾ, ਇੱਕ ਜਗ੍ਹਾ ਬੈਠ ਕੇ ਗੱਲਾਂ ਨਹੀਂ ਕਰਨੀਆਂ। ਤੇ ਬੈਠ ਗਏ। ਉਹਨਾਂ ਦੇ ਵਿੱਚੋਂ ਘੰਟਾ ਲੰਘਿਆ, 2 ਘੰਟੇ ਲੰਘੇ, ਅੱਧੇ ਕੁ ਸੌਂ ਗਏ, ਅੱਧੇ ਕੁ ਲੰਮੇ ਪੈ ਗਏ, ਕੋਈ ਗੱਲਾਂ ਕਰਨ ਲੱਗ ਪਏ, ਕੋਈ ਇੱਕ ਅੱਧਾ ਰਹਿ ਗਿਆ। ਤੇ ਭਾਈ ਆਲਮ ਸਿੰਘ ਦੀ ਡਿਊਟੀ ਲਾਈ ਸਤਿਗੁਰਾਂ ਨੇ ਵੀ ਨਿਗਾਹ ਰੱਖ ਕੇ ਦੱਸਣਾ। ਤੇ ਜਦੋਂ ਇਹ ਸਾਰੀ ਵਾਰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣੀ ਤੇ ਫਿਰ ਕਹਿਣ ਲੱਗੇ, ਜੀ ਇਹ ਬੜਾ ਔਖਾ ਕੰਮ ਹੈ, ਇਹ ਨਹੀਂ ਹੋ ਸਕਦਾ। ਨਾਮ ਜਪਣ ਲੱਗੋ ਤੇ ਇਨਸਾਨ ਕਹਿੰਦਾ ਨੀਂਦ ਆ ਜਾਂਦੀ ਹੈ, ਸੌਂ ਜਾਂਦੇ ਹੈ। ਕਿਉਂਕਿ ਪਰਮੇਸ਼ਰ ਦਾ ਨਾਮ ਜਿਹੜਾ ਆਪਣੇ ਨਿੱਜ ਨਾਲ ਜੁੜਨਾ ਬੜਾ ਔਖਾ ਹੈ, ਆਪਣੇ ਆਪੇ ਨਾਲ ਜੁੜਨਾ ਬੜਾ ਔਖਾ ਕੰਮ ਹੈ। ਸੰਸਾਰ ਨਾਲ ਜੁੜ ਸਕਦਾ ਮਨੁੱਖ, ਬਾਹਰ ਦੀ ਸੈਰ ਜਿਹੜਾ ਮਨ ਸਾਡਾ ਕਰ ਸਕਦਾ, ਪਰ ਇਸੇ ਮਨ ਨੂੰ ਜੇ ਅੰਦਰ ਨੂੰ ਮੋੜਨਾ ਹੋਵੇ ਬੜਾ ਔਖਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਆਖਣ ਔਖਾ ਆਖੀਐ ਪਿਆਰੇ। ਫਿਰ ਵੀ ਉਹਨੂੰ ਕਹਿਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਵੀ ਜੇ ਆਖਿਆ ਨਹੀਂ ਜਾ ਸਕਦਾ, ਸੁਣਿਆ ਨਹੀਂ ਜਾ ਸਕਦਾ ਤੇ ਛੱਡੋ ਫਿਰ ਰਹਿਣ ਦੀ। ਮਹਾਰਾਜ ਕਹਿਣ ਲੱਗੇ, ਨਹੀਂ, ਇਹਨੂੰ ਆਪਣੇ ਜੀਵਨ ਦੇ ਅੰਦਰ ਔਖੇ ਹੋ ਕੇ ਵੀ ਆਖਣਾ, ਇਹਨੂੰ ਛੱਡਣਾ ਨਹੀਂ। ਜੇ ਤੂੰ ਇਹ ਸੱਚੇ ਨਾਮ ਨੂੰ ਆਖਣ ਲੱਗ ਜਾਏ, ਸੁਣਨ ਲੱਗ ਜਾਏ, ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਉ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਮਿਹਨਤ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ ਹੈ, ਸਿਫਤ ਸਲਾਹ ਕੀਤੀ ਹੈ, ਹੇ ਪਿਆਰੇ ਜੀਵ, ਹਉ ਤਿਨ ਬਲਿਹਾਰੈ ਜਾਉ। ਅਸੀਂ ਉਹਨਾਂ ਤੋਂ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ ਕਿ ਜਿਨ੍ਹਾਂ ਨੇ ਨਾਮ ਦੀ ਅਰਾਧਨਾ ਕੀਤੀ ਹੈ। ਹਉ ਕੁਰਬਾਨੈ ਜਾਉ ਤਿਨਾ ਕੈ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੈ ਜਾਉ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਆਉਂਦੇ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਨਾਮ ਨੂੰ ਜਪਣ ਵਾਲਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਸਤਿਗੁਰੂ ਜੀ ਕਹਿੰਦੇ, ਨਾਮ ਮਿਲਣੇ ਕਰਕੇ ਹੇ ਪਿਆਰੇ ਜੀਵ ਸੰਤੋਖ ਆ ਜਾਂਦਾ। ਜਦੋਂ ਸੰਤੋਖ ਅੰਦਰ ਆ ਜਾਏ, ਫਿਰ ਜਥਾ ਲਾਭਾ ਤਥਾ ਸੰਤੁਸ਼ਟਾ, ਨਦਰੀ ਮੇਲ ਮਿਲਾਓ। ਕਿਉਂਕਿ ਸੰਤੋਖ ਆਉਣੇ ਕਰਕੇ ਸਾਡੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਤ੍ਰਿਸ਼ਨਾ ਵੱਡਾ ਰੋਗ ਲੱਗਾ। ਤ੍ਰਿਸ਼ਨਾ ਤੇ ਬੜਾ ਵੱਡਾ ਰੋਗ ਹੈ। ਜਦੋਂ ਤ੍ਰਿਸ਼ਨਾ ਦਾ ਰੋਗ ਸਾਡੇ ਅੰਦਰੋਂ ਖਤਮ ਹੋ ਗਿਆ, ਸੰਤੋਖ ਅੰਦਰ ਆ ਗਿਆ, ਫਿਰ ਸਤਿਗੁਰੂ ਜੀ ਕਹਿੰਦੇ ਨਦਰੀ ਮੇਲ ਮਿਲਾਓ। ਫਿਰ ਉਹ ਪਰਮੇਸ਼ਰ ਦੀ ਜਦੋਂ ਨਿਗਾਹ ਹੋ ਗਈ, ਫਿਰ ਮੇਲ ਮਿਲਾਓ। ਉਹ ਪਰਮਾਤਮਾ ਦੇ ਨਾਲ ਸਾਡਾ ਮੇਲ ਜਿਹੜਾ ਉਹ ਮਿਲ ਜਾਂਦਾ ਹੈ। ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਜਸ ਕਰ। ਕਿਸ ਤਰ੍ਹਾਂ ਕਰ? ਕਾਇਆ ਕਾਗਦ, ਇਹ ਜਿਹੜਾ ਸਰੀਰ ਹੈ ਇਸ ਨੂੰ ਕਾਗਜ਼ ਬਣਾ ਲਾ। ਇਹ ਪਿਆਰੇ ਜੀਵ, ਸਰੀਰ ਨੂੰ ਕਾਗਜ਼ ਬਣਾ ਕੇ ਤੇ ਜਿਹੜਾ ਸ਼ਰਧਾ ਵਾਲਾ ਮਨ ਹੈ, ਜਿਸ ਮਨ ਦੇ ਅੰਦਰ ਸ਼ਰਧਾ ਤੇ ਭਾਵਨਾ ਹੈ, ਉਹ ਮਸਵਾਣੀ, ਮਸਵਾਣੀ ਕਹਿੰਦੇ ਆ ਦਵਾਤ ਨੂੰ, ਸ਼ਾਹੀ ਵਾਲੀ ਨੂੰ, ਉਸ ਨੂੰ ਦਵਾਤ ਬਣਾ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਜਿਹੜੀ ਲਲਤਾ ਕਲਮ ਹੈ, ਲਲਤਾ ਦਾ ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਲਲਤਾ ਲੇਖਣ ਸੱਚ ਕੀ ਪਿਆਰੇ। ਤੇ ਜਿਹੜੀ ਤੇਰੀ ਰਸਨਾ ਹੈ, ਇਸ ਨੂੰ ਕਲਮ ਬਣਾ ਕੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਪਿਆਰੇ ਜੀਵ ਲਿਖਣਾ ਕਰ। ਉਹਦੇ ਗੁਣਾਂ ਨੂੰ, ਉਹਦੀਆਂ ਵਿਚਾਰਾਂ ਨੂੰ ਲਿਖ। ਜਿਵੇਂ ਕਾਗਜ਼ ਜਿਹੜਾ ਸਾਫ਼ ਹੋਵੇ, ਉਹਦੇ 'ਤੇ ਅੱਖਰ ਪਾਇਆ ਜਾਂਦਾ। ਜਿਹਦੇ 'ਤੇ ਪਹਿਲਾਂ ਹੀ ਬਹੁਤ ਕੁਝ ਲਿਖਿਆ ਹੋਵੇ, ਉਹਦੇ 'ਤੇ ਹੋਰ ਨਹੀਂ ਲਿਖਿਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਆਪਣੇ ਸਰੀਰ ਨੂੰ ਕਾਗਜ਼ ਬਣਾਉਣ ਤੋਂ ਕੀ ਭਾਵ ਹੈ ਕਿ ਜਿਵੇਂ ਕਾਗਜ਼ ਸਾਫ਼ ਹੋਵੇ ਅਤੇ ਉਹਦੇ 'ਤੇ ਅੱਖਰ ਪੈਂਦਾ, ਇਸੇ ਪ੍ਰਕਾਰ ਹੀ ਆਪਣੇ ਸਰੀਰ ਦੇ ਵਿੱਚੋਂ ਜਿੰਨੇ ਔਗਣ ਹੈ, ਵਿਕਾਰ ਹੈ, ਇਹਨਾਂ ਨੂੰ ਕੱਢ, ਇਹਨਾਂ ਨੂੰ ਨਾਸ ਕਰ। ਕਾਗਜ਼ ਜਿਹੜਾ ਸਾਫ਼ ਅਤੇ ਸੁਥਰਾ ਰੱਖ।
फिर दूसरे नंबर ते मन मसवाणी धार, जिहड़ा मन है इनू शरधा वाला बना। मन दे अंदर विश्वास, भरोसा, भावना ते प्रेम ये चीज़ां पैदा कर, ये शाही बननी है। जदों ये शाही बननी है, ललता लेखन सच की प्यारे, फिर तेरी जिहड़ी रसना है ये परमेश्वर दे नाम नू जपण वाली बनेगी। इसे करके नाम जपना औखा, क्योंकि साडे शरीर जिहड़े, शरीर दीयां इंद्रियां जिहड़ियां उन्हां दे विषय बड़े प्रबल है। इंद्री सबल निबल विवेक बुद्ध, परमार्थ प्रवेश नहीं। इंद्रियां दे विषय बड़े प्रबल है, वो साडे ते हावी हो जाते हैं। मन जिहड़ा फिर उन्हां च परत जांदा, इस करके नाम नहीं जपिया जाता। इस करके सतगुरु श्री गुरु नानक देव महाराज बचन करते हैं कि शरधा वाला मन जिहड़ा वो शाही होवे, जिहड़ा शरीर जिहड़ा अवगुणां विकारां तो बचा के इनू इधरले पासियों रोक के ये कागज साफ ते सुथरा बनाया होवे। ललता लेखन सच की प्यारे, फिर परमेश्वर दा नाम जपण दे विच जिहड़ी रसना वो बोलदी है, ये सच्ची कलम बन जाती है। हर गुण लिखो विचार, फिर हरि परमेश्वर दे गुणां नूं गा गा के लिखना कर। धन लेखारी नानका प्यारे, साच लिखै उर धार। सतगुरु जी कहंदे जिन्हां ने ऐसे लिखारी बन के परमेश्वर दे सच्चे नाम नूं हे प्यारे जीव अपने हिरदे दे अंदर, उर नाम हुंदा हिरदे दा, हिरदे दे अंदर जिन्हां ने लिखिया धारण कीता है, वो लिखारी धन हन। वो लिखारी संसार दे अंदर धनता दे योग हन, जिन्हां ने संसार दे अंदर परमेश्वर दे सच्चे नाम नूं अपने हिरदे दे अंदर लिखिया है। इस करके सतगुरां दी पावन बाणी बचन करदी है, हिरदै ही लिख लेहो। अपने हिरदे दे अंदर ही परमेश्वर दे नाम नूं लिख ला तूं। जिवें आपां कोई चीज़ लिखदे होईए ते उहदे च मन वध जुड़दा, कोई चीज़ लिखण लग जाइए तो मन छेती जुड़दा। इसे प्रकार ही सतगुरु जी कहते हैं कि परमेश्वर दे नाम नूं ऐसे भी कई महात्मा होए हन, साधु होए हन, जिन्हां ने परमेश्वर दा नाम लिख लिख के पकाया अभ्यास किया, क्योंकि चाह अंदर प्रेम है तो ये शरधा ते भावना है, उन्होंने लिख लिख के अभ्यास किया। इस प्रकार सतगुरु श्री गुरु नानक देव महाराज बचन करते हैं कि परमेश्वर दे नाम नूं अपने जीवन दे अंदर ऐ जीव तू इदां धारण कर, फिर लोक ते परलोक दे अंदर तेनू सुख ते इहदी सिफत सलाह करन दे वजों तेनू परमेश्वर दी दरगाह दे अंदर सुख दी प्राप्ति होएगी। धन श्री गुरु नानक देव महाराज सच्चे पातशाह जी ने ये पावन पवित्र उपदेश आपां नूं बख्शिश कीते हन, जिन्हां नूं आपां रल मिल के सतगुरां दी किरपा द्वारा सरवण कीता है। ये पावन पवित्र विचारां अपने सारियां दे पढ़न सुनन वालियां दे हिरदियां च वसन, जिस करके लोक सुखीए परलोक सुहेले होईए। होइयां बेअंत भुल्लां गुरु अते गुरु की संगत बख्शण योग है। हुण अखीरलियां पंक्तियां पढ़ के समाप्ति करिए जी। उस तो उपरंत अरदास दे विच शामिल होइए जी। काया कागद जे थीए प्यारे, मन मसवाणी धार। ललता लेखन सच की प्यारे, हर गुण लिखो विचार। धन लेखारी नानका प्यारे, साच लिखै उर धार। वाहिगुरु जी का खालसा, वाहिगुरु जी की फतेह। हे गोबिंद हे गोपाल, हे दयाल लाल। प्राणनाथ अनाथ सखे, दीन दर्द निवार। हे समरथ अगम पूरन, मोहे मया धार। अंधकूप महाभयान, नानक पार उतार। आए प्रभ शरणागति, कृपा निध दयाल। एक अखर हर मन वस्तु, नानक होत निहाल। जल थल महियल पूरिया, स्वामी सिरजनहार। अनक भांत होए पसरिया, नानक एकंकार। वाहिगुरु नाम जहाज है, चढ़े सो उतरे पार।
ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ।